ਕਿਸ਼ਤ 81ਵੀਂ। ਬੇਸ਼ੱਕ ਇਹ ਕਾਨੂੰਨੀ ਗੱਲਾਂ ਸਨ, ਪਰ ਮੇਰੀ ਸਮਝ ਤੋਂ ਬਾਹਰ ਦੀਆਂ ਵੀ ਨਹੀਂ ਸਨ। ਕੋਈ ਸੋਚ ਕੇ ਮੈਂ ਚੁੱਪ ਹੀ ਕਰ ਗਿਆ ਸਾਂ। ਉਂਝ ਚੁੱਪ ਰਹਿਣ ਵਿੱਚ ਹੀ ਫਾਇਦਾ ਸੀ। ਮੇਰੇ ਸੱਚਾਈ ਵਾਲੇ ਰੌਲੇ ਨੂੰ ਕਿਹਨੇ ਸੁਣਨਾ ਸੀ? ਪਹਿਲਾਂ ਪੁਲਿਸ ਨੇ ਕਿਹੜਾ ਮੇਰੀ ਸੱਚਾਈ ਨੂੰ ਸੁਣਿਆ ਸੀ? ਮੇਰੀ ਹੈਸੀਅਤ ਵੀ ਕੀ ਸੀ? ਵਿਰੋਧੀਆਂ ਵੱਲੋਂ ਮੇਰੇ 'ਤੇ ਕੀਤੇ ਗਏ ਮੁਕੱਦਮੇ ਅਨੁਸਾਰ ਕਾਨੂੰਨ ਦੀਆਂ ਨਜ਼ਰਾਂ ਵਿੱਚ ਤਾਂ ਮੈਂ ਇੱਕ ਅਪਰਾਧੀ ਸਾਂ, ਜਿਹੜਾ ਕਿ ਧੱਕੇ ਨਾਲ ਗਲੀ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ। ਅਤੇ ਨਜਾਇਜ਼ ਕਬਜ਼ਾਧਾਰੀ ਗੁਰਨੇਕ ਠੀਕ ਸੀ, ਜਿਸ ਨੇ ਸਹੀ ਸਮੇਂ 'ਤੇ ਅਦਾਲਤ ਨੂੰ ਇਹ ਜਾਣਕਾਰੀ ਦੇ ਦਿੱਤੀ ਸੀ ਕਿ ਜੇਕਰ ਇਸ ਮਸਲੇ 'ਤੇ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਮੈਂ ਗਲੀ ਦੀ ਸਰਕਾਰੀ ਜਗ੍ਹਾ ਉੱਤੇ ਕਾਬਜ਼ ਹੋ ਸਕਦਾ ਹਾਂ। ਉਸਨੇ ਚੇਤਾਵਨੀ ਵੀ ਦਿੱਤੀ ਸੀ ਕਿ ਮੇਰੇ ਇਸ ਕਾਰਜ ਨਾਲ ਇਸ ਦਾ ਨੁਕਸਾਨ ਸਾਰੇ ਸਮਾਜ ਨੂੰ ਹੀ ਉਠਾਉਣਾ ਪੈ ਸਕਦਾ ਹੈ। ਮਨ ਹੀ ਮਨ ਵਿੱਚ ਮੈਂ ਅਜਿਹੇ ਸਮਾਜ ਸੇਵੀ ਗੁਰਨੇਕ ਨੂੰ ਘਿਰਣਾ ਭਰੀ ਲਾਹਨਤ ਵੀ ਦਿੱਤੀ। ਮੇਰਾ ਦਿਮਾਗ ਇੰਨਾ ਪਰੇਸ਼ਾਨ ਸੀ ਕਿ ਇਹ ਕਿਹੋ ਜਿਹੇ ਵਕੀਲ ਹਨ ਜਿਹੜੇ ਆਪਣੀਆਂ ਸਾਮੀਆਂ ਦੇ ਹੱਕ ਵਿੱਚ ਆਏ ਹੋਏ ਫੈਸਲਿਆਂ 'ਤੇ ਵੀ ਕਿੰਤੂ ਪਰੰਤੂ ਕਰੀ ਜਾ ਰਹੇ ਹਨ। ਫਿਰ ਮਨ ਵਿੱਚ ਆਉਣ ਲੱਗਦੀ ਕਿ ਕਿਤੇ ਸਾਡੇ ਵਕੀਲ ਨੂੰ ਵੀ ਪਹਿਲੀ ਪੇਸ਼ੀ 'ਤੇ ਕੇਸ ਸਟੇ ਨਾ ਹੋਣ ਦਾ ਅਫਸੋਸ ਤਾਂ ਜ਼ਰੂਰ ਹੋਇਆ ਹੋਵੇਗਾ। ਫਿਰ ਮਨ ਵਿੱਚ ਆਇਆ ਕਿ ਉਹ ਅਜਿਹਾ ਨਹੀਂ ਕਰ ਸਕਦਾ, ਉਹ ਤਾਂ ਪੱਕਾ ਕਾਮਰੇਡ ਹੈ। ਮਨ ਅਜੇ ਹੌਸਲੇ ਵਿੱਚ ਹੁੰਦਾ ਹੀ ਸੀ ਕਿ ਫਿਰ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਕਿ ਕਾਮਰੇਡ ਹੋਣ ਦਾ ਮਤਲਬ ਇਹ ਤਾਂ ਨਹੀਂ ਕਿ ਉਸਨੇ ਆਪਣੇ ਬੱਚਿਆਂ ਦਾ ਪੇਟ ਨਹੀਂ ਪਾਲਣਾ। ਇਹ ਕੇਸ ਹੀ ਤਾਂ ਉਸ ਦੀ ਰੋਜੀ ਰੋਟੀ ਨੇ। ਫਿਰ ਮਨ 'ਤੇ ਖਿਆਲ ਭਾਰੂ ਹੋਣ ਲੱਗ ਜਾਂਦਾ ਕਿ ਜੇ ਉਹ ਪੱਕਾ ਕਾਮਰੇਡ ਸੀ ਤਾਂ ਇਸ ਨੂੰ ਘੱਟੋ ਘੱਟ ਮੇਰੇ ਵਾਲੇ ਕੇਸ ਦੀ ਉਦਾਹਰਨ ਲੈ ਕੇ ਬਾਰ ਦੇ ਇਸ ਫੈਸਲੇ ਵਿਰੁੱਧ ਡਟ ਜਾਣਾ ਚਾਹੀਦਾ ਸੀ। ਜਦ ਅਜਿਹਾ ਕੁਝ ਵੀ ਨਹੀਂ ਸੀ ਹੋ ਸਕਿਆ ਤਾਂ ਮਨ ਵਿੱਚ ਇੱਕ ਡਰ ਬੈਠ ਗਿਆ ਕਿ ਕਿਤੇ ਅਸੀਂ ਹੀ ਝੂਠੇ ਤੇ ਗਲਤ ਤਾਂ ਨਹੀਂ, ਕਿ ਜਿਹੜਾ ਸਾਡੇ ਵਕੀਲ ਨੇ ਆਪਣੇ ਆਪ ਨੂੰ ਹੀ ਗਲਤ ਮੰਨ ਲਿਆ ਹੈ ਅਤੇ ਜੱਜਾਂ ਦੇ ਵਿਰੁੱਧ ਭੁਗਤ ਰਿਹਾ ਹੈ। ਫਿਰ ਮਨ ਨੂੰ ਇੱਕ ਝੂਠਾ ਜਿਹਾ ਧਰਵਾਸਾ ਵੀ ਹੋਣ ਲੱਗਦਾ ਕਿ ਸਾਡਾ ਵਕੀਲ ਹੜਤਾਲ ਵਿੱਚ ਸ਼ਾਮਲ ਹੋ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਸੀ। ਇਸ ਨਿਜ਼ਾਮ ਤੋਂ ਲੋਕਾਂ ਦਾ ਮੋਹ ਜਿੰਨਾ ਜਲਦੀ ਭਟਕੇਗਾ, ਉਹ ਓਨਾ ਹੀ ਜਲਦੀ ਜਥੇਬੰਦ ਹੋ ਕੇ ਗਲਤ ਨੀਤੀਆਂ ਦੇ ਵਿਰੁੱਧ ਆਵਾਜ਼ ਬੁਲੰਦ ਕਰਨਗੇ। ਸ਼ਾਇਦ ਇਸੇ ਕਰਕੇ ਹੀ ਉਹ ਬਾਰ ਦੇ ਇਸ ਫੈਸਲੇ ਦੇ ਹੱਕ ਵਿੱਚ ਖਲੋ ਗਿਆ ਹੈ। ਇਹ ਸਭ ਮੇਰੇ ਅੰਦਾਜ਼ੇ ਹੀ ਸਨ, ਜਾਂ ਫਿਰ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸਨ ਦੁਆਰਾ ਮੈਨੂੰ ਤੰਗ ਪਰੇਸ਼ਾਨ ਕੀਤੇ ਜਾਣ ਦਾ ਨਤੀਜਾ ਕਿ ਮੈਂ ਅਜਿਹੀਆਂ ਸਭ ਗੱਲਾਂ ਸੋਚਦਾ ਰਹਿੰਦਾ ਸਾਂ ਅਤੇ ਆਪ ਹੀ ਉਲਟੇ ਸਿੱਧੇ ਨਤੀਜਿਆਂ 'ਤੇ ਪੁੱਜ ਜਾਂਦਾ ਸਾਂ। ਕਿਸ਼ਤ 82ਵੀਂ। ਇਹਨਾਂ ਦਿਨਾਂ ਵਿੱਚ ਮੈਂ ਕਿਤਾਬਾਂ ਪੜ੍ਹਨੀਆਂ ਤਾਂ ਦੂਰ ਦੀ ਗੱਲ, ਅਖਬਾਰਾਂ ਉੱਤੇ ਵੀ ਸਰਸਰੀ ਜਿਹੀ ਨਿਗਾਹ ਮਾਰ ਕੇ ਹੀ ਛੱਡ ਦਿੰਦਾ ਸਾਂ। ਸ਼ਾਇਦ ਇਹਨਾਂ ਦਿਨਾਂ ਵਿੱਚ ਹੀ ਮੇਰੇ ਦਿਲ ਤੇ ਦਿਮਾਗ ਨੂੰ ਤਸੱਲੀ ਦਿਵਾਉਣ ਵਾਲੀਆਂ ਉਹ ਸਾਰੀਆਂ ਖਬਰਾਂ ਪ੍ਰਕਾਸ਼ਿਤ ਹੋਣੀਆਂ ਸਨ ਜਿਹੜੀਆਂ ਕਿ ਮੈਂ ਵਧਾਈ ਦੇ ਫੋਨ ਤੋਂ ਬਾਅਦ ਹੀ ਪੜ੍ਹੀਆਂ ਸਨ। ਪਹਿਲੀ ਖਬਰ ਮੇਰੇ ਮਾਮਲੇ ਨਾਲ ਸੰਬੰਧਿਤ ਪੁਲਿਸ ਇੰਸਪੈਕਟਰ ਦੇ ਮੁਅੱਤਲ ਹੋਣ ਦੀ ਸੀ। ਮੇਰੇ ਇੱਕ ਦੋਸਤ ਨੇ ਬੜੇ ਹੀ ਚਾਅ ਨਾਲ ਮੋਬਾਈਲ 'ਤੇ ਇਹ ਖਬਰ ਸੁਣਾਈ ਸੀ, ਪਰ ਮੈਂ ਅਖਬਾਰ ਧਿਆਨ ਨਾਲ ਨਾ ਪੜ੍ਹਿਆ ਹੋਣ ਕਾਰਨ ਉਸ ਤੋਂ ਸੰਬੰਧਿਤ ਅਖਬਾਰ ਦਾ ਪੰਨਾ ਨੰਬਰ ਹੀ ਪੁੱਛਿਆ ਸੀ। ਜਦ ਮੈਂ ਇੰਸਪੈਕਟਰ ਦੀ ਮੁਅੱਤਲੀ ਸੰਬੰਧੀ ਖਬਰ ਪੜ੍ਹੀ ਤਾਂ ਮੇਰੇ ਪੈਰ ਧਰਤੀ ਉੱਤੇ ਨਹੀਂ ਲੱਗ ਰਹੇ ਸਨ। ਭਾਵੇਂ ਕਿ ਉਸ ਦੀ ਮੁਅੱਤਲੀ ਦਾ ਮੇਰੇ ਕੇਸ ਨਾਲ ਕੋਈ ਵੀ ਸਿੱਧਾ ਸੰਬੰਧ ਨਹੀਂ ਸੀ, ਪਰ ਮੈਨੂੰ ਇਹੀ ਖੁਸ਼ੀ ਹੋ ਰਹੀ ਸੀ ਕਿ ਇਸ ਗੰਦੇ ਬੰਦੇ ਨੇ ਸਾਡੇ ਨਾਲ ਬੜੀ ਹੀ ਮਾੜੀ ਕੀਤੀ ਸੀ। ਕੁਦਰਤ ਨੇ ਦੇਰ ਸਵੇਰ ਉਸ ਦਾ ਫਲ ਤਾਂ ਉਸ ਨੂੰ ਦੇਣਾ ਹੀ ਸੀ।
ਇਹ ਇੰਸਪੈਕਟਰ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਦੀ ਖਾਤਰ ਸਾਨੂੰ ਬੜਾ ਖਰਾਬ ਕਰ ਰਿਹਾ ਸੀ, ਤੇ ਜਦ ਹੁਣ ਖੁਦ ਖਰਾਬ ਹੋਵੇਗਾ ਤੇ ਖੁਦ ਉਸ ਮਾਨਸਿਕ ਪੀੜ ਵਿੱਚੋਂ ਲੰਘੇਗਾ ਤਾਂ ਉਸ ਨੂੰ ਆਪਣੀਆਂ ਕੀਤੀਆਂ ਹੋਈਆਂ ਸਾਰੀਆਂ ਵਧੀਕੀਆਂ ਵੀ ਯਾਦ ਆਉਣਗੀਆਂ ਤੇ ਮਹਿਸੂਸ ਵੀ ਹੋਵੇਗਾ। ਸਾਡੇ ਘਰ ਦੇ ਨਾਲ ਵਾਲੀ ਗਲੀ ਵਿੱਚ ਬੈਠ ਕੇ ਪੀਤੀ ਹੋਈ ਦਾਰੂ ਅਤੇ ਖਾਧੇ ਹੋਏ ਮੁਰਗੇ ਜਦ ਉਸ ਦੀ ਪਿੱਠ ਵਿੱਚੋਂ ਦੀ ਵੰਗਾਂ ਦੇਣਗੇ ਤਾਂ ਉਸ ਨੂੰ ਮੇਰੇ ਨਾਲ ਕੀਤੀ ਹੋਈ ਨਜਾਇਜ਼ ਵਧੀਕੀ ਵੀ ਜ਼ਰੂਰ ਚੇਤੇ ਆਵੇਗੀ। ਉਸ ਇੰਸਪੈਕਟਰ ਦਾ ਬਾਅਦ ਵਿੱਚ ਕੀ ਬਣੇਗਾ ਮੈਨੂੰ ਇਹ ਫਿਕਰ ਨਹੀਂ ਸੀ। ਮੈਨੂੰ ਤਾਂ ਸਿਰਫ ਇਹੀ ਹੌਸਲਾ ਸੀ ਕਿ ਮੇਰੇ ਨਾਲ ਧੱਕਾ ਕਰਨ ਵਾਲੇ ਇੱਕ ਅਧਿਕਾਰੀ ਦੇ ਪਾਪਾਂ ਦਾ ਘੜਾ ਫੁੱਟ ਗਿਆ ਹੈ ਅਤੇ ਉਸ ਨੂੰ ਸਜ਼ਾ ਮਿਲਣ ਦੀ ਸ਼ੁਰੂਆਤ ਹੋ ਚੁੱਕੀ ਹੈ। ਇੱਕ ਸ਼ਾਮ ਭੁੱਲ ਭੁਲੇਖੇ ਮੈਂ ਸੈਰ ਨੂੰ ਅਜੇ ਘਰੋਂ ਨਿਕਲਿਆ ਹੀ ਸਾਂ ਤਾਂ ਇੱਕ ਹੋਰ ਮਿੱਤਰ ਦਾ ਫੋਨ ਆ ਗਿਆ। ਉਹ ਟੀਵੀ ਲਾ ਕੇ ਵੇਖ, ਤੇਰੇ ਵਾਲੇ ਡੀਐਸਪੀ ਨੂੰ ਮੁਅੱਤਲ ਕਰਤਾ। ਉਹ ਚੈਨਲ ਦਾ ਨਾਂ ਦੱਸਦਿਆਂ ਖੁਸ਼ੀ ਨਾਲ ਬੋਲਿਆ ਸੀ। ਕਿਹੜੇ ਕੇਸ ਵਿੱਚ? ਮੈਂ ਇੰਨਾ ਜ਼ਿਆਦਾ ਉਤਸ਼ਾਹਿਤ ਹੋ ਗਿਆ ਸਾਂ ਕਿ ਮੋਬਾਈਲ ਨੂੰ ਮਸਾਂ ਹੀ ਆਪਣੇ ਹੱਥਾਂ ਵਿੱਚ ਕਾਬੂ ਕਰ ਸਕਿਆ ਸਾਂ। ਫਰੀਦਕੋਟ ਗਿਆ ਸੀ ਕਿਸੇ ਦੀ ਜ਼ਮੀਨ 'ਤੇ ਕਬਜ਼ਾ ਕਰਨ। ਅਗਲੇ ਵੀ ਪਹੁੰਚ ਵਾਲੇ ਸੀ। ਉਹਨਾਂ ਨੇ ਇਹਦੀ ਵਰਦੀ ਦੀ ਪਰਵਾਹ ਨਹੀਂ ਕੀਤੀ ਤੇ ਇਹਨੂੰ ਕਾਬੂ ਕਰ ਲਿਆ। ਖਬਰ ਅਨੁਸਾਰ ਉੱਥੋਂ ਬਚ ਕੇ ਤਾਂ ਨਿਕਲ ਆਇਆ, ਪਰ ਅਗਲਿਆਂ ਨੇ ਇਹਦੇ 'ਤੇ ਕੇਸ ਦਰਜ ਕਰਵਾ ਦਿੱਤਾ ਤੇ ਸਰਕਾਰ ਨੇ ਇਹਨੂੰ ਮੁਅੱਤਲ ਕਰ ਦਿੱਤਾ। ਮੇਰਾ ਦੋਸਤ ਮੈਨੂੰ ਦੱਸਦਾ ਗਿਆ ਤੇ ਮੇਰੇ ਪੈਰਾਂ ਦੀ ਗਤੀ ਵੱਧਦੀ ਗਈ। ਫਿਰ ਮੈਨੂੰ ਪਤਾ ਨਹੀਂ ਕੀ ਸੁੱਝਿਆ ਕਿ ਮੈਂ ਸੈਰ ਲਈ ਅੱਗੇ ਜਾਣ ਦੀ ਬਜਾਏ ਉੱਥੋਂ ਹੀ ਘਰ ਨੂੰ ਵਾਪਸ ਮੁੜ ਪਿਆ। ਮੈਂ ਆਪ ਜਾ ਕੇ ਇਹ ਖਬਰ ਟੀਵੀ ਉੱਤੇ ਚੱਲਦੀ ਵੇਖਣੀ ਚਾਹੁੰਦਾ ਸਾਂ। ਕਿਸ਼ਤ 83ਵੀਂ। ਛੇਤੀ ਨਾਲ ਘਰ ਵੜਦੇ ਹੀ ਮੈਂ ਟੀਵੀ ਚਾਲੂ ਕੀਤਾ ਅਤੇ ਦੱਸੇ ਹੋਏ ਚੈਨਲ ਵਾਲੇ ਬਟਨ ਵੀ ਰਿਮੋਟ ਉੱਤੋਂ ਦੱਬ ਲਏ। ਅਜੇ ਵੀ ਉਹ ਖਬਰ ਸਕਰੀਨ ਦੀ ਹੇਠਲੀ ਪੱਟੀ ਉੱਤੇ ਵਾਰ-ਵਾਰ ਆ ਰਹੀ ਸੀ। ਖਬਰ ਪੜ੍ਹ ਕੇ ਮੈਂ ਠੰਡਾ ਸਾਹ ਲਿਆ। ਇਹੋ ਜਿਹੇ ਗੰਦੇ ਬੰਦੇ ਆਪਣੇ ਆਪ ਇੰਝ ਹੀ ਕੁੱਤੇ ਦੀ ਮੌਤ ਮਰਦੇ ਹੁੰਦੇ ਆ। ਇਹਨੇ ਵੀ ਬਹੁਤ ਅੱਤ ਚੁੱਕੀ ਹੋਈ ਸੀ। ਟੀਵੀ 'ਤੇ ਉਸੇ ਖਬਰ ਨੂੰ ਵੇਖਦੀ ਹੋਈ ਮੇਰੀ ਮਾਂ ਦੇ ਬੋਲੇ ਹੋਏ ਬੋਲ ਮੇਰੇ ਕਾਲਜੇ ਨੂੰ ਠੰਡ ਪਾ ਗਏ ਸਨ। ਇਹ ਬੋਲ ਕਿਸੇ ਦੀ ਰੋਟੀ ਖੁੱਸ ਜਾਣ ਕਾਰਨ ਨਹੀਂ, ਸਗੋਂ ਕਿਸੇ ਦੁਆਰਾ ਆਪਣੇ ਅਹੁਦੇ ਦਾ ਦੁਰਉਪਯੋਗ ਕਰਕੇ ਮਜ਼ਲੂਮਾਂ ਨੂੰ ਤੰਗ ਪਰੇਸ਼ਾਨ ਕਰਨ ਕਰਕੇ ਹੀ ਦਿਲ ਦੀ ਡੂੰਘੀ ਤਹਿ ਵਿੱਚੋਂ ਸੁਭਾਵਿਕ ਹੀ ਨਿਕਲੇ ਸਨ। ਇਸ ਖਬਰ ਨੂੰ ਵਿਸਥਾਰ ਵਿੱਚ ਸੁਣਨ ਲਈ ਅਸੀਂ ਸਾਰਾ ਟੱਬਰ ਦੇਰ ਰਾਤ ਤੱਕ ਬੈਠੇ ਰਹੇ, ਪਰ ਪੂਰੀ ਖਬਰ ਆ ਹੀ ਨਹੀਂ ਸੀ ਰਹੀ। ਅੰਤ ਵਿੱਚ ਅਸੀਂ ਸਵੇਰ ਵੇਲੇ ਅਖਬਾਰ ਵਿੱਚੋਂ ਪੂਰੇ ਵਿਸਥਾਰ ਸਹਿਤ ਖਬਰ ਪੜ੍ਹਨ ਦੀ ਉਮੀਦ ਨਾਲ ਆਪੋ ਆਪਣੇ ਬਿਸਤਰਿਆਂ 'ਤੇ ਚਲੇ ਗਏ। ਉਸ ਦਿਨ ਬੱਚਿਆਂ ਨੂੰ ਪਤਾ ਨਹੀਂ ਕਿਹੜਾ ਚਾਅ ਚੜ੍ਹਿਆ ਹੋਇਆ ਸੀ ਕਿ ਬੜੇ ਦਿਨਾਂ ਬਾਅਦ ਸਾਨੂੰ ਖੁਸ਼ ਵੇਖ ਕੇ ਨੱਚਣੋਂ ਟੱਪਣੋਂ ਹਟ ਕੇ ਸੌਣ ਦਾ ਨਾਮ ਹੀ ਨਹੀਂ ਸੀ ਲੈ ਰਹੇ। ਹੁਣ ਖਬਰ ਨੂੰ ਵਿਸਥਾਰ ਵਿੱਚ ਜਾਣਨ ਲਈ ਸਵੇਰੇ ਅਖਬਾਰ ਆਉਣ ਤੱਕ ਦੀ ਉਡੀਕ ਕਰਨੀ ਪੈਣੀ ਸੀ। ਅੱਗੇ ਤਾਂ ਆਪਣੇ ਫਿਕਰਾਂ ਵਿੱਚ ਨੀਂਦ ਨਹੀਂ ਆਉਂਦੀ ਹੁੰਦੀ ਸੀ, ਪਰ ਉਸ ਦਿਨ ਇੱਕ ਅਜੀਬ ਜਿਹੀ ਖੁਸ਼ੀ ਕਾਰਨ ਅੱਖ ਨਹੀਂ ਸੀ ਲੱਗ ਰਹੀ। ਇਸ ਡੀਐਸਪੀ ਨੇ ਸਾਨੂੰ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕਰ ਦਿੱਤਾ ਸੀ ਕਿ ਸਾਡੇ ਸਾਰੇ ਟੱਬਰ ਦਾ ਸੁੱਖ ਚੈਨ ਜਾਣੋ ਖੰਭ ਲਾ ਕੇ ਹੀ ਉੱਡ ਪੁੱਡ ਗਿਆ ਸੀ। ਇੱਕ ਜਗਤ ਪ੍ਰਸਿੱਧ ਸੱਚਾਈ ਹੈ ਕਿ ਲੋਕ ਆਪਣੇ ਦੁੱਖ ਤੋਂ ਉਨਾ ਦੁਖੀ ਨਹੀਂ ਹਨ ਜਿੰਨਾ ਕਿ ਕਿਸੇ ਦੇ ਸੁੱਖ ਤੋਂ। ਮੇਰੇ ਤਾਜ਼ੇ ਬਣੇ ਦੁਸ਼ਮਣ ਮੈਨੂੰ ਦੁੱਖਾਂ ਤੇ ਮੁਸੀਬਤਾਂ ਵਿੱਚ ਪਾ ਕੇ ਖੁਸ਼ ਹੋਏ ਫਿਰਦੇ ਸਨ। ਅੱਜ ਊਠ ਪਹਾੜ ਥੱਲੇ ਆ ਚੁੱਕਾ ਸੀ। ਅੱਜ ਮੇਰਾ ਇੱਕ ਵਿਰੋਧੀ ਪੂਰੀ ਮੁਸੀਬਤ ਵਿੱਚ ਘਿਰਿਆ ਹੋਇਆ ਸੀ ਤੇ ਮੇਰੇ ਲਈ ਇਹ ਖੁਸ਼ੀ ਦਾ ਮੌਕਾ ਹੋਣਾ ਸੁਭਾਵਿਕ ਹੀ ਸੀ। ਪਹਿਲੀਆਂ ਰਾਤਾਂ ਦਾ ਫਿਕਰ ਵਿੱਚ ਝਾਕਣਾ ਅਤੇ ਉਸ ਰਾਤ ਨੂੰ ਚਾਅ ਤੇ ਖੁਸ਼ੀ ਵਿੱਚ ਜਾ ਕੇ ਲੰਘਾਉਣ ਦਾ ਅੰਤਰ ਮੈਨੂੰ ਸਮਝ ਆ ਰਿਹਾ ਸੀ। ਖੁਸ਼ੀ ਵਿੱਚ ਨੀਂਦ ਛੂ ਮੰਤਰ ਹੋ ਗਈ ਸੀ, ਪਰ ਉਸ ਦਿਨ ਮੈਂ
ਕਮਰੇ ਦੇ ਅੰਦਰ ਬਾਹਰ ਦੇ ਗੇੜੇ ਨਹੀਂ ਲਾਏ ਸਨ। ਕਿਸ਼ਤ 84ਵੀਂ। ਸਵੇਰ ਹੋਣ ਤੋਂ ਪਹਿਲਾਂ ਹੀ ਮੈਂ ਉੱਠ ਬੈਠਾ ਸਾਂ। ਮੈਨੂੰ ਸਿਰਫ ਤੇ ਸਿਰਫ ਅਖਬਾਰ ਆਉਣ ਦੀ ਉਡੀਕ ਸੀ। ਜਦ ਵੀ ਦਰਵਾਜ਼ੇ 'ਤੇ ਥੋੜ੍ਹਾ ਜਿਹਾ ਖੜਕਾ ਵੀ ਹੁੰਦਾ ਤਾਂ ਮੈਂ ਝਟਪਟ ਬੂਹੇ ਵੱਲ ਨੂੰ ਭੱਜਦਾ ਸਾਂ। ਮੇਰੀ ਉਡੀਕ ਛੇਤੀ ਹੀ ਖਤਮ ਹੋ ਗਈ ਜਦ ਮੇਰੇ ਤਰਸਦੇ ਹੋਏ ਕੰਨਾਂ ਵਿੱਚ ਅਖਬਾਰਬਈ ਦੀ ਆਵਾਜ਼ ਪਈ। ਮੈਂ ਝੱਟ ਦੇਣੇ ਅਖਬਾਰ ਚੁੱਕ ਲਏ ਅਤੇ ਸੰਬੰਧਿਤ ਖਬਰ ਨੂੰ ਭਾਲਣ ਲੱਗ ਪਿਆ। ਪਹਿਲੇ ਅਖਬਾਰ ਵਿੱਚੋਂ ਮੈਨੂੰ ਨਿਰਾਸ਼ਾ ਹੀ ਮਿਲੀ ਤੇ ਮੈਂ ਛੇਤੀ ਦੇਣੇ ਦੂਜੇ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ। ਮੇਰੀ ਉਡੀਕ ਖਤਮ ਹੋ ਗਈ। ਜ਼ਮੀਨ 'ਤੇ ਕਬਜ਼ਾ ਕਰਨ ਗਏ ਡੀਐਸਪੀ 'ਤੇ ਕੇਸ ਦਰਜ ਵਾਲੀ ਖਬਰ ਮੇਰੀ ਨਜ਼ਰ ਦੇ ਸਾਹਮਣੇ ਆ ਗਈ। ਪੂਰੀ ਖਬਰ ਪੜ੍ਹਨ ਤੋਂ ਬਾਅਦ ਮੈਨੂੰ ਥੋੜ੍ਹੀ ਜਿਹੀ ਨਿਰਾਸ਼ਾ ਵੀ ਹੋਈ, ਕਿਉਂਕਿ ਉਸ 'ਤੇ ਕੇਸ ਤਾਂ ਦਰਜ ਕਰ ਦਿੱਤਾ ਗਿਆ ਸੀ ਪਰ ਉਸ ਨੂੰ ਮੁਅੱਤਲ ਕਰਨ ਬਾਰੇ ਕੁਝ ਵੀ ਨਹੀਂ ਲਿਖਿਆ ਗਿਆ ਸੀ। ਮਨ ਵਿੱਚ ਆਇਆ ਕਿ ਕੁਦਰਤ ਨੇ ਉਸ ਦੇ ਚਪੇੜ ਤਾਂ ਮਾਰ ਦਿੱਤੀ ਹੈ, ਪਰ ਮਾਰੀ ਬੜੀ ਹੀ ਹੌਲੀ ਜਿਹੀ ਹੈ, ਜਿਵੇਂ ਕਿਸੇ ਬੱਚੇ ਦੇ ਸਿਆਣੇ ਦੇ ਸਮਝਾਉਣ ਵਾਸਤੇ ਪਟੋਕੀ ਜਿਹੀ ਮਾਰੀ ਹੋਵੇ। ਇਹ ਖਬਰ ਮੇਰੇ ਲਈ ਪੂਰੀ ਤਰ੍ਹਾਂ ਤਸੱਲੀ ਵਾਲੀ ਨਹੀਂ ਸੀ, ਕਿਉਂਕਿ ਅਸੀਂ ਤਾਂ ਸਾਰਾ ਟੱਬਰ ਇਸ ਲਈ ਖੁਸ਼ ਹੋਏ ਫਿਰਦੇ ਸਾਂ ਕਿ ਚਲੋ ਇੱਕ ਧੱਕੇਸ਼ਾਹ ਨੂੰ ਤਾਂ ਕੀਤੇ ਦੀ ਸਜ਼ਾ ਮਿਲ ਗਈ ਹੈ। ਗਹਿ ਗੱਡਮੀ ਖਬਰ ਨਾ ਹੋਣ ਕਾਰਨ ਮੇਰੀ ਅੱਧੀ ਖੁਸ਼ੀ ਖਤਮ ਹੋ ਗਈ। ਮੈਨੂੰ ਤਾਂ ਉਦੋਂ ਹੀ ਨਜ਼ਾਰਾ ਆਉਣਾ ਸੀ ਜਦ ਇਸ ਦਰਿੰਦੇ ਡੀਐਸਪੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ। ਮੈਂ ਉਸ ਸ਼ੁਭ ਘੜੀ ਦਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੱਤਾ। ਫਿਰ ਇੱਕ ਦਿਨ ਖਬਰ ਆਈ, ਦੋਸ਼ਾਂ ਵਿੱਚ ਘਿਰੇ ਡੀਐਸਪੀ ਦੀ ਜ਼ਮਾਨਤ ਅਰਜ਼ੀ ਰੱਦ। ਮੈਂ ਸਮਝ ਗਿਆ ਸਾਂ ਕਿ ਜਿਹੜਾ ਮਹਿਕਮਾ ਆਪਣੇ ਇੱਕ ਮਾਮੂਲੀ ਜਿਹੇ ਹੌਲਦਾਰ ਅਤੇ ਡਰਾਈਵਰ ਦੇ ਅੱਗੇ ਲੰਮਾ ਪੈ ਸਕਦਾ ਹੈ, ਉਹ ਆਪਣੇ ਹੀ ਡੀਐਸਪੀ ਨੂੰ ਇੰਨੀ ਛੇਤੀ ਗ੍ਰਿਫਤਾਰ ਕਿਵੇਂ ਕਰ ਸਕਦਾ ਹੈ। ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਹੀ ਉਸ ਨੂੰ ਅਦਾਲਤ ਵਿੱਚ ਜਾਣ ਦਾ ਸਮਾਂ ਦੇ ਦਿੱਤਾ ਗਿਆ ਸੀ। ਹੁਣ ਸੈਸ਼ਨ ਅਦਾਲਤ ਦੁਆਰਾ ਉਸ ਡੀਐਸਪੀ ਨੂੰ ਗ੍ਰਿਫਤਾਰ ਕਰ ਲੈਣ ਦੇ ਹੁਕਮ ਵੀ ਜਾਰੀ ਹੋ ਚੁੱਕੇ ਸਨ। ਇਸ ਲਈ ਮੈਨੂੰ ਲੱਗ ਰਿਹਾ ਸੀ ਕਿ ਗ੍ਰਿਫਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ। ਕਈ ਦਿਨ ਬੀਤ ਗਏ ਪਰ ਉਸ ਦੀ ਗ੍ਰਿਫਤਾਰੀ ਦੀ ਕੋਈ ਵੀ ਖਬਰ ਪੜ੍ਹਨ ਨੂੰ ਨਹੀਂ ਮਿਲ ਰਹੀ ਸੀ। ਮੈਂ ਨਾ ਚਾਹੁੰਦਿਆਂ ਹੋਇਆਂ ਵੀ ਸਾਰਾ ਅਖਬਾਰ ਫਰੋਲ ਮਾਰਦਾ ਸਾਂ। ਕਈ ਦਿਨਾਂ ਬਾਅਦ ਇੱਕ ਛੋਟੀ ਜਿਹੀ ਖਬਰ ਪੜ੍ਹਨ ਨੂੰ ਮਿਲੀ, ਵਿਵਾਦਾਂ ਵਿੱਚ ਘਿਰੇ ਡੀਐਸਪੀ ਦਾ ਪਟਿਆਲਾ ਵਿਖੇ ਤਬਾਦਲਾ। ਮੈਨੂੰ ਇੰਨੀ ਜ਼ਿਆਦਾ ਹੈਰਾਨੀ ਹੋਈ ਕਿ ਸਾਡੇ ਰੌਲੇ ਵੇਲੇ ਤਾਂ 10 ਮਿੰਟ ਵਿੱਚ ਆ ਕੇ ਵੀ ਪੁਲਿਸ ਵਾਲੇ ਆਖ ਰਹੇ ਸਨ ਕਿ ਲੇਟ ਹੋ ਗਏ ਹਾਂ, ਤੇ ਹੁਣ ਉਹਨਾਂ ਨੂੰ ਸੈਸ਼ਨ ਜੱਜ ਦੇ ਹੁਕਮਾਂ ਦਾ ਵੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਉਹਨਾਂ ਦੇ ਇੱਕ ਅਧਿਕਾਰੀ ਦੀ ਜ਼ਮਾਨਤ ਅਰਜ਼ੀ ਰੱਦ ਹੋ ਚੁੱਕੀ ਹੈ ਅਤੇ ਗ੍ਰਿਫਤਾਰੀ ਵਾਰੰਟ ਵੀ ਜਾਰੀ ਹੋ ਚੁੱਕੇ ਹਨ। ਇਸ ਲਈ ਕਾਨੂੰਨ ਮੁਤਾਬਕ ਉਸ ਨੂੰ ਗ੍ਰਿਫਤਾਰ ਕਰਨਾ ਬਣਦਾ ਸੀ। ਮਨ ਵਿੱਚ ਸਵਾਲ ਵੀ ਉੱਠ ਰਿਹਾ ਸੀ ਕਿ ਇਹ ਸਭ ਕਾਨੂੰਨ ਤਾਂ ਸਿਰਫ ਆਮ ਬੰਦਿਆਂ ਲਈ ਹੀ ਹਨ। ਕਿਸ਼ਤ 85ਵੀਂ। ਮੈਂ ਸਮਝ ਗਿਆ ਸਾਂ ਕਿ ਪੁਲਿਸ ਲਈ ਤਾਂ ਕਾਨੂੰਨ ਦੀ ਕਿਤਾਬ ਇੱਕ ਰਖੇਲ ਮਾਤਰ ਹੀ ਹੈ। ਫਿਰ ਦਿਮਾਗ ਵਿੱਚ ਆਉਣ ਲੱਗ ਪਿਆ ਕਿ ਛੋਟੇ ਕਰਮਚਾਰੀਆਂ ਦੀ ਤਾਂ ਮਜਬੂਰੀ ਹੋ ਸਕਦੀ ਹੈ, ਪਰ ਕੀ ਇਹਨਾਂ ਦੇ ਵੱਡੇ ਅਧਿਕਾਰੀ ਵੀ ਸੁੱਤੇ ਹੀ ਪਏ ਹਨ? ਕੀ ਉਹਨਾਂ ਨੂੰ ਟੀਵੀ ਅਤੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਖਬਰਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ? ਖੁਦਾ ਨਾ ਖਾਸਤਾ ਜੇ ਇਹੀ ਵਾਰੰਟ ਕਿਸੇ ਆਮ ਬੰਦੇ ਦੇ ਜਾਰੀ ਹੋਏ ਹੁੰਦੇ ਤਾਂ ਇਸ ਮਹਿਕਮੇ ਨੇ ਇੰਨਾ ਹੋ ਹੱਲਾ ਮਚਾ ਦੇਣਾ ਸੀ ਕਿ ਰਹੇ ਰੱਬ ਦਾ ਨਾਂ। ਇਹ ਤਾਂ ਉਹੀ ਗੱਲ ਹੋਈ ਪਈ ਸੀ ਕਿ ਮਾਲਕੋ ਸੌਂ ਜਾਓ ਤੇ ਚੋਰੋ ਜਾਗ ਪਓ। ਅਸੀਂ ਜਿਸ ਡੀਐਸਪੀ ਨੂੰ ਇਨਸਾਫ ਦਾ ਦੇਵਤਾ ਸਮਝ ਕੇ ਉਸ ਅੱਗੇ ਬੇਨਤੀ ਦਰ ਬੇਨਤੀ ਕਰਦੇ ਆ ਰਹੇ ਸਾਂ, ਹੁਣ
ਉਸ ਦੀ ਅਸਲੀਅਤ ਅਖਬਾਰਾਂ ਦੀਆਂ ਖਬਰਾਂ ਰਾਹੀਂ ਲੋਕਾਂ ਦੇ ਸਾਹਮਣੇ ਆ ਰਹੀ ਸੀ। ਉਸ ਉੱਪਰ ਇਰਾਦਾ ਕਤਲ ਤੋਂ ਇਲਾਵਾ ਲੁੱਟਮਾਰ, ਅਸਲਾ ਐਕਟ, ਡਰਾਉਣ ਧਮਕਾਉਣ, ਗੰਭੀਰ ਰੂਪ ਵਿੱਚ ਜ਼ਖਮੀ ਕਰਨ ਆਦਿਕ ਅਨੇਕਾਂ ਹੀ ਧਾਰਾਵਾਂ ਲੱਗ ਚੁੱਕੀਆਂ ਸਨ। ਕੇਵਲ ਇਸ ਮਾਮਲੇ ਵਿੱਚ ਹੀ ਨਹੀਂ, ਸਗੋਂ ਇਸ ਤੋਂ ਪਹਿਲਾਂ ਵੀ ਕਈ ਮਾਮਲਿਆਂ ਵਿੱਚ ਉਹ ਫਸਿਆ ਹੋਇਆ ਸੀ। ਇੰਨੀਆਂ ਧਾਰਾਵਾਂ ਲੱਗਣ ਦੇ ਬਾਵਜੂਦ ਉਸ ਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ ਸੀ। ਇਹਨਾਂ ਰਿਪੋਰਟਾਂ ਮੁਤਾਬਕ ਉਹ ਇੱਕ ਪੱਕਾ ਵਰਦੀਧਾਰੀ ਗੁੰਡਾ ਸੀ, ਜਿਹੜਾ ਥੋੜ੍ਹੇ ਜਿਹੇ ਟੁਕੜਾਂ ਪਿੱਛੇ ਕੁਝ ਵੀ ਕਰਨ ਵਾਸਤੇ ਤਿਆਰ ਰਹਿੰਦਾ ਸੀ। ਸੰਬੰਧਿਤ ਵਿਭਾਗ ਇਸ ਮਾਮਲੇ ਵਿੱਚ ਘੋਗਲ ਕੰਨਾ ਬਣਿਆ ਹੋਇਆ ਸੀ, ਤਾਂ ਹੀ ਉਸ ਨੂੰ ਗ੍ਰਿਫਤਾਰ ਕਰਕੇ ਸੀਖਾਂ ਪਿੱਛੇ ਡੱਕਣ ਦੀ ਥਾਂ ਉਸ ਦੀ ਬਦਲੀ ਕਰ ਦਿੱਤੀ ਗਈ ਸੀ। ਨੈਤਿਕਤਾ ਤਾਂ ਇਹੀ ਆਖਦੀ ਹੈ ਕਿ ਅਜਿਹੇ ਅਧਿਕਾਰੀ ਨੂੰ ਇੰਨੇ ਜ਼ਿਆਦਾ ਕੇਸਾਂ ਦੇ ਨਿਬੜਨ ਤੱਕ ਅਹੁਦੇ 'ਤੇ ਕੰਮ ਨਹੀਂ ਕਰਨਾ ਚਾਹੀਦਾ, ਤੇ ਨਾ ਹੀ ਵਿਭਾਗ ਦੇ ਅਧਿਕਾਰੀਆਂ ਦੁਆਰਾ ਅਜਿਹੇ ਅਧਿਕਾਰੀ ਨੂੰ ਕਿਸੇ ਸਟੇਸ਼ਨ 'ਤੇ ਨਿਯੁਕਤ ਕਰਨਾ ਚਾਹੀਦਾ ਹੈ। ਪਰ ਸਵਾਲ ਉੱਠਦਾ ਹੈ ਕਿ ਮਹਿਕਮਾ ਹੈ ਕਿਹੜਾ, ਜਿੱਥੋਂ ਅਸੀਂ ਨੈਤਿਕਤਾ ਦੀ ਭਾਲ ਕਰਨ ਲੱਗ ਪਏ ਸਾਂ? ਹੈ ਨਾ ਝੋਟਿਆਂ ਦੇ ਘਰੋਂ ਲੱਸੀ ਦੀ ਮੰਗ। ਹੈਰਾਨੀ ਹੋ ਰਹੀ ਸੀ ਕਿ ਸਾਡੀ ਸਰਕਾਰ ਨੇ ਡੈਣ ਦੀ ਕੁੱਛੜ ਬੱਚਾ ਚੁਕਵਾ ਰੱਖਿਆ ਹੈ। ਇਸ ਬੱਚੇ ਦੀ ਖੈਰ ਕਿੱਥੋਂ? ਕਿਸ਼ਤ 86ਵੀਂ। ਯਾਦਵਿੰਦਰ ਨਾਲ ਅਜਿਹੀਆਂ ਗੱਲਾਂ ਕਰਦਾ ਕਰਦਾ ਮੈਂ ਨਿਰਾਸ਼ ਹੋ ਜਾਂਦਾ ਸਾਂ, ਤਾਂ ਉਹ ਝੱਟ ਦੇਣੇ ਕਈ ਗੱਲਾਂ ਸੁਣਾ ਕੇ ਮੈਨੂੰ ਚੜ੍ਹਦੀ ਕਲਾ ਵਿੱਚ ਲੈ ਆਉਂਦਾ ਸੀ। ਯਾਰ, ਕੀ ਪਤਾ ਫਰੀਦਕੋਟ ਉਸ ਜ਼ਮੀਨ ਵਿੱਚ ਭਿੰਡੀਆਂ ਤੋਰੀਆਂ ਹੀ ਬੀਜਣ ਗਿਆ ਹੋਵੇ ਤੇ ਅਗਲਿਆਂ ਨੇ ਉਸ 'ਤੇ ਝੂਠਾ ਕੇਸ ਦਰਜ ਕਰਵਾ ਦਿੱਤਾ ਹੋਵੇ। ਤੂੰ ਉਸ ਵਿਚਾਰੇ ਜਿਹੇ ਬੰਦੇ ਨੂੰ ਗੁੰਡਾ ਆਖੀ ਜਾ ਰਿਹਾ ਹੈ। ਉਹ ਤਾਂ ਭਲਾ ਲੋਕ ਆ, ਇਨਸਾਫ ਦੀ ਮੂਰਤ। ਗਲੀਆਂ ਤੇ ਜ਼ਮੀਨਾਂ ਉੱਤੇ ਕਬਜ਼ੇ ਕਰਨ ਵਾਲੇ ਤਾਂ ਤੇਰੇ ਵਰਗੇ ਹੁੰਦੇ ਨੇ। ਅਜਿਹਾ ਅਧਿਕਾਰੀ ਬੇਇਨਸਾਫੀ ਦੀ ਗੱਲ ਕਰਨੀ ਤਾਂ ਦੂਰ, ਕਦੇ ਜਿਹਾ ਸੋਚ ਵੀ ਨਹੀਂ ਸਕਦਾ। ਕੀ ਹੋ ਗਿਆ? ਉਸ 'ਤੇ ਇਰਾਦਾ ਕਤਲ ਦੇ ਮੁਕੱਦਮੇ ਦਰਜ ਹੋਏ ਨੇ। ਉਸਨੇ ਕਤਲ ਕੀਤਾ ਤਾਂ ਨਹੀਂ, ਨਾ ਹੀ ਸਾਬਤ ਹੋਇਆ। ਇਸ ਲਈ ਤੂੰ ਕਿਵੇਂ ਆਖ ਸਕਦਾ ਕਿ ਉਹ ਵਿਚਾਰਾ ਜਿਹਾ ਪੁਲਿਸ ਅਧਿਕਾਰੀ ਦੋਸ਼ੀ ਹੈ? ਕਾਨੂੰਨ ਨੂੰ ਆਪਣਾ ਕੰਮ ਕਰਨ ਦੇ। ਯਾਦਵਿੰਦਰ ਦੀਆਂ ਵਿਅੰਗ ਵਿੱਚ ਆਖੀਆਂ ਅਜਿਹੀਆਂ ਕਿੰਨੀਆਂ ਸਾਰੀਆਂ ਗੱਲਾਂ ਮੈਨੂੰ ਬੜਾ ਸਕੂਨ ਦਿੰਦੀਆਂ ਸਨ, ਤੇ ਕਈ ਵਾਰ ਮੇਰੇ ਮਨ ਵਿੱਚ ਗਹਿਰ ਗੰਭੀਰ ਸਵਾਲ ਵੀ ਉਠਾ ਜਾਂਦੀਆਂ ਸਨ। 2 ਕਮੀਨੇ ਤਾਂ ਆਪਣੇ ਪਾਪਾਂ ਦੇ ਬੋਝ ਥੱਲੇ ਆ ਗਏ ਆ, ਉਹ ਵੱਡਾ ਕਮੀਨਾ ਕਦ ਆਊਗਾ ਕੁਦਰਤ ਦੀ ਮਾਰ ਹੇਠਾਂ? ਇੱਕ ਦਿਨ ਮੈਂ ਯਾਦਵਿੰਦਰ ਨੂੰ ਪੁੱਛਿਆ। ਮੇਰਾ ਇਸ਼ਾਰਾ ਉਸ ਬੇਈਮਾਨ SP ਵੱਲ ਸੀ, ਜਿਸ ਦੇ ਕੋਲ ਆ ਕੇ ਸਾਡੀ ਸਾਰੀ ਸੱਚਾਈ ਝੂਠ ਵਿੱਚ ਤਬਦੀਲ ਹੋ ਜਾਂਦੀ ਸੀ। ਉਸ ਦੇ ਭ੍ਰਿਸ਼ਟ ਹੱਥਾਂ 'ਚ ਇੱਕ ਅਜਿਹੀ ਕਲਮ ਆ ਚੁੱਕੀ ਸੀ, ਜਿਸ ਨੂੰ ਕਿ ਸਾਡੇ ਦੇਸ਼ ਦੀ ਵਿਚਾਰੀ ਜਿਹੀ ਕਾਨੂੰਨ ਦੀ ਕਿਤਾਬ ਅਤੇ ਅਦਾਲਤਾਂ ਬੜੀ ਹੀ ਮਾਨਤਾ ਦਿੰਦੀਆਂ ਹਨ। ਉਸ ਦੇ ਘਰ ਵਾਲੀ ਹੀ ਜੱਜ ਲੱਗੀ ਆ, ਰੱਬ ਤਾਂ ਨਹੀਂ ਬਣ ਗਈ। ਉਹ ਜਿਸ ਦੇ ਸਿਰ 'ਤੇ ਚਾਂਭਲਿਆ ਫਿਰਦਾ, ਉਸ ਨੇ ਹੀ ਉਸ ਨੂੰ ਇੱਕ ਦਿਨ ਪਟਕਾ ਕੇ ਪਰਾਂ ਮਾਰਨਾ। ਇੱਕ ਦਿਨ ਮੇਰੀ ਉਦਾਸੀ ਦੂਰ ਕਰਨ ਲਈ ਯਾਦਵਿੰਦਰ ਨੇ ਭਵਿੱਖਬਾਣੀ ਕਰ ਦਿੱਤੀ। ਯਾਰ, ਉਸ ਦੇ ਘਰ ਤਾਂ ਨਿਆਂਪਾਲਿਕਾ ਤੇ ਕਾਰਜਪਾਲਿਕਾ ਇੱਕ ਹੁੰਦੀਆਂ ਨੇ। ਉੱਥੇ ਤਾਂ ਨਿਆਂਪਾਲਿਕਾ ਹੁੰਦੀ ਵੀ ਕਾਰਜਪਾਲਿਕਾ ਦੇ ਥੱਲੇ ਹੀ ਆ। ਇਹੋ ਜਿਹੇ ਹਾਲਾਤ ਵਿੱਚ ਦੱਸ, ਨਿਆਂਪਾਲਿਕਾ ਕਿਵੇਂ ਸਹੀ ਫੈਸਲੇ ਦੇਵੇਗੀ? ਮੇਰਾ ਇਸ਼ਾਰਾ ਪਤੀ ਦੇ SP ਭਾਵ ਕਾਰਜਪਾਲਿਕਾ ਅਤੇ ਪਤਨੀ ਦੇ ਇੱਕ ਜੱਜ ਭਾਵ ਨਿਆਂਪਾਲਿਕਾ ਦਾ ਇੱਕ ਮਹੱਤਵਪੂਰਨ ਹਿੱਸਾ ਹੋਣ ਤੋਂ ਸੀ। ਕਿਸ਼ਤ 87ਵੀਂ। ਯਾਦਵਿੰਦਰ ਨੇ ਹਲਕੀ ਫੁਲਕੀ ਜਿਹੀ ਗੱਲ ਕਰਦਿਆਂ ਵਿਅੰਗ ਕੀਤਾ। ਘਰਾਂ ਵਿੱਚ ਤਾਂ ਨਿਆਂਪਾਲਿਕਾ ਹਮੇਸ਼ਾ ਹੀ ਕਾਰਜਪਾਲਿਕਾ ਦੇ ਥੱਲੇ ਹੁੰਦੀ ਆ। ਫਿਰ ਠਰਮੇ ਜਿਹੇ ਨਾਲ ਬੋਲਿਆ, ਜਦ ਸੱਚੀ ਸੁੱਚੀ ਨਿਆਂਪਾਲਿਕਾ ਨੂੰ ਆਏ ਦਿਨ
ਹੀ ਭ੍ਰਿਸ਼ਟ ਕਾਰਜਪਾਲਿਕਾ ਦੇ ਥੱਲੇ ਲੱਗਣਾ ਪੈ ਜਾਂਦਾ ਨਾ, ਤਾਂ ਅਜਿਹੀ ਨਿਕੰਮੀ ਕਾਰਜਪਾਲਿਕਾ ਦੇ ਵਿਰੁੱਧ ਵਿਦਰੋਹ ਵੀ ਕਰ ਦਿੰਦੀ ਹੁੰਦੀ ਆ। ਉਸ ਦੀ ਆਪਣੀ ਸੁਤੰਤਰ ਹੋਂਦ ਵੀ ਤਾਂ ਹੁੰਦੀ ਆ। ਨਿਆਂਪਾਲਿਕਾ ਕਿੰਨਾ ਕੁ ਚਿਰ ਕਾਰਜਪਾਲਿਕਾ ਦੇ ਥੱਲੇ ਲੱਗ ਕੇ ਜੀ ਸਕਦੀ ਹੈ? ਉਸ ਨੇ ਉਲਟਾ ਮੈਨੂੰ ਸਵਾਲ ਕਰ ਦਿੱਤਾ ਸੀ। ਮੈਂ ਦਲੀਲ ਦਿੱਤੀ, ਜੇ ਨਿਆਂਪਾਲਿਕਾ ਤੇ ਕਾਰਜਪਾਲਿਕਾ ਨੂੰ ਰਲ ਕੇ ਚੱਲਣ ਵਿੱਚ ਫਾਇਦਾ ਹੁੰਦਾ ਹੋਵੇ ਤਾਂ ਉਹਨਾਂ ਨੇ ਦੂਜਿਆਂ ਤੋਂ ਕੀ ਕੜੀ ਲੈਣੀ ਆ? ਜੇ ਵਾੜ ਖੇਤ ਨੂੰ ਖਾ ਰਹੀ ਹੋਵੇ ਤੇ ਖੇਤ ਨੂੰ ਕੋਈ ਵੀ ਇਤਰਾਜ਼ ਨਾ ਹੋਵੇ ਤਾਂ ਕਿਸੇ ਦਾ ਕੀ ਢਿੱਡ ਦੁਖਦਾ ਕਿ ਵਾੜ ਨੂੰ ਐਵੇਂ ਹੀ ਦੋਸ਼ ਦੇਈ ਜਾਵੇ? ਯਾਦਵਿੰਦਰ ਬੋਲਿਆ, ਅੰਗਰੇਜ਼ਾਂ ਨੇ ਸਾਡੀ ਖਸਲਤ ਹੀ ਅਜਿਹੀ ਬਣਾ ਦਿੱਤੀ ਆ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕੌਣ ਕਿਸ ਨੂੰ ਖਾ ਰਿਹਾ ਹੈ। ਜਿਸ ਦਿਨ ਖੇਤ ਨੂੰ ਪੂਰੀ ਸਮਝ ਤਾਂ ਦੂਰ ਦੀ ਗੱਲ, ਮਾੜਾ ਮੋਟਾ ਜਿਹਾ ਵੀ ਪਤਾ ਲੱਗ ਗਿਆ ਤਾਂ ਇਹ ਕਾਰਜਪਾਲਿਕਾ ਤਾਂ ਕੀ, ਨਿਆਂਪਾਲਿਕਾ ਵੀ ਸਾਡੇ ਮਗਰ ਭੱਜੀ ਫਿਰੂ ਕਿ ਇਨਸਾਫ ਲੈ ਲਵੋ। ਇਹ ਤਾਂ ਸਿਰਫ ਭ੍ਰਿਸ਼ਟ ਢਾਂਚੇ ਦਾ ਹੀ ਹੇਰ ਫੇਰ ਆ, ਹੋਰ ਕੁਝ ਨਹੀਂ। ਯਾਦਵਿੰਦਰ ਨੇ ਬੜੀ ਹੀ ਦ੍ਰਿੜਤਾ ਨਾਲ ਆਖਿਆ ਸੀ। ਬੇਸ਼ੱਕ ਮੈਨੂੰ ਉਸ ਦੀ ਦਿੱਤੀ ਹੋਈ ਦਲੀਲ ਜੱਚ ਗਈ ਸੀ, ਪਰ ਮੈਂ ਅੱਕ ਕੇ ਪੁੱਛਿਆ, ਇਹ ਸਿਸਟਮ ਵੀ ਤਾਂ ਸਾਡੇ ਤੋਂ ਬਦਲਿਆ ਨਹੀਂ ਜਾ ਰਿਹਾ। ਪੌਣੀ ਸਦੀ ਬੀਤਣ ਵਾਲੀ ਆ, ਅਸੀਂ ਕਦੋਂ ਤੱਕ ਇਹਨਾਂ ਜ਼ਾਲਮਾਂ ਦੇ ਜ਼ੁਲਮ ਸਹਿੰਦੇ ਰਵਾਂਗੇ? ਲਹਿਰ ਤਾਂ ਬਣ ਚੁੱਕੀ ਆ ਤੇ ਇਹਨੂੰ ਸੁਨਾਮੀ ਬਣਨ ਨੂੰ ਪਤਾ ਨਹੀਂ ਕਿੰਨੀ ਕੁ ਦੇਰ ਲੱਗੇਗੀ। ਉਹ ਮੈਂ ਅਜੇ ਨਹੀਂ ਦੱਸ ਸਕਦਾ। ਆਖਰ ਲੋਕਾਂ ਨੂੰ ਬਹੁਤੀ ਦੇਰ ਤੱਕ ਮੂਰਖ ਬਣਾਉਣਾ ਬੜਾ ਔਖਾ ਤੇ ਪੇਚੀਦਾ ਕੰਮ ਹੁੰਦਾ। ਮੈਨੂੰ ਨਹੀਂ ਲੱਗਦਾ ਕਿ ਆਪਣੀਆਂ ਤਿੰਨੋਂ ਪਾਲਿਕਾਵਾਂ ਵਿੱਚੋਂ ਕੋਈ ਵੀ ਅਜਿਹਾ ਕੰਮ ਕਰ ਰਹੀ ਆ ਜਿਸ ਤੋਂ ਜਨਤਾ ਨੂੰ ਧਰਵਾਸਾ ਹੁੰਦਾ ਹੋਵੇ ਕਿ ਸਰਕਾਰ ਦਾ ਆਹ ਹਿੱਸਾ ਤਾਂ ਸਾਡੇ ਲਈ ਭਲੇ ਦਾ ਕੰਮ ਡਟ ਕੇ ਕਰ ਰਿਹਾ। ਜਾਂ ਸਾਰੇ ਦਾ ਸਾਵਾ ਹੀ ਆਵਾ ਹੀ ਉੱਤਿਆ ਪਿਆ ਤਾਂ ਬਦਲਾਅ ਤਾਂ ਜ਼ਰੂਰ ਆਵੇਗਾ ਤੇ ਆਉਣਾ ਵੀ ਚਾਹੀਦਾ। ਉਹ ਦਿਨ ਦੂਰ ਨਹੀਂ ਜਦੋਂ ਨਿਆਂਪਾਲਿਕਾ ਕਾਨੂੰਨ ਦੀ ਰੌਸ਼ਨੀ ਵਿੱਚ ਆਪਣੇ ਫੈਸਲੇ ਸੁਣਾਇਆ ਕਰੇਗੀ। ਉਸ ਨੇ ਬੜੇ ਹੀ ਗੰਭੀਰ ਰੌਂ ਵਿੱਚ ਆਖਿਆ। ਮੈਨੂੰ ਵੀ ਉਸ ਦੀ ਗੱਲ 'ਤੇ ਯਕੀਨ ਵੱਜਣ ਲੱਗ ਪਿਆ ਸੀ। ਕਿਸ਼ਤ 88ਵੀਂ। ਅਦਾਲਤ ਵਿੱਚ ਜਵਾਬ ਦਾਵਾ ਪੇਸ਼ ਕਰਨ ਤੋਂ ਬਾਅਦ ਅਗਲੀ ਤਾਰੀਖ ਆ ਗਈ ਸੀ। ਮੈਂ ਮਿੱਥੇ ਸਮੇਂ ਉੱਤੇ ਅਦਾਲਤ ਵਿੱਚ ਪੁੱਜ ਗਿਆ ਸਾਂ ਅਤੇ ਨੋਟਿਸ ਬੋਰਡ ਤੋਂ ਆਪਣੇ ਮੁਕੱਦਮੇ ਦਾ ਨੰਬਰ ਭਾਲਿਆ। ਇਹ 47ਵਾਂ ਨੰਬਰ ਸੀ। ਮੈਂ ਚੈਂਬਰ ਵਿੱਚ ਜਾ ਕੇ ਵਕੀਲ ਨੂੰ ਦੁਆ ਸਲਾਮ ਕੀਤੀ। ਚੈਂਬਰ ਵਿੱਚ ਪੁੱਜਣ ਵਾਲਾ ਮੈਂ ਹੀ ਸਭ ਤੋਂ ਪਹਿਲਾ ਸ਼ਖਸ ਸਾਂ। ਜਦ ਵਕੀਲ ਨੂੰ ਆਪਣਾ ਨੰਬਰ ਦੱਸਿਆ ਤਾਂ ਉਸ ਦੇ ਅੰਦਾਜ਼ੇ ਮੁਤਾਬਕ ਸਾਡੀ ਵਾਰੀ ਦੁਪਹਿਰੋਂ ਬਾਅਦ ਆਉਣੀ ਸੀ। ਉਸ ਨੇ ਮੈਨੂੰ ਓਨਾ ਚਿਰ ਕੋਈ ਹੋਰ ਕੰਮ ਧੰਦਾ ਕਰ ਲੈਣ ਲਈ ਆਖਿਆ, ਪਰ ਮੈਂ ਤਾਂ ਸਿਰਫ ਤਾਰੀਖ 'ਤੇ ਆਉਣ ਲਈ ਹੀ ਛੁੱਟੀ ਲਈ ਸੀ ਤੇ ਘੇਸਲ ਜਿਹੀ ਮਾਰ ਕੇ ਉੱਥੇ ਹੀ ਬੈਠਾ ਰਿਹਾ। 10-15 ਮਿੰਟ ਵਿੱਚ ਚੈਂਬਰ 'ਚ ਚਹਿਲ ਪਹਿਲ ਹੋ ਗਈ ਸੀ। ਵਕੀਲ ਦਾ ਮੁਨਸ਼ੀ ਆਪਣੀ ਅਗਲੀ ਪੜ੍ਹਾਈ ਦੇ ਪਰਚੇ ਦੇਣ ਵਾਸਤੇ ਕੁਝ ਦਿਨਾਂ ਦੀ ਛੁੱਟੀ 'ਤੇ ਗਿਆ ਹੋਇਆ ਸੀ। ਮੈਂ ਵਕੀਲ ਦੇ ਨਾਲ ਕਾਗਜ਼ਾਂ ਪੱਤਰਾਂ ਦੇ ਮਾੜੇ ਮੋਟੇ ਕੰਮ ਕਰਵਾਉਣੇ ਸ਼ੁਰੂ ਕਰ ਦਿੱਤੇ। ਵਕੀਲ ਜਦ ਵੀ ਕਿਸੇ ਕੇਸ ਦੀ ਤਾਰੀਖ ਭੁਗਤਣ ਲਈ ਜਾਂਦਾ ਤਾਂ ਮੈਂ ਮੇਜ਼ ਉੱਤੇ ਉਸ ਦਿਨ ਦੀਆਂ ਕੱਢੀਆਂ ਹੋਈਆਂ ਮਿਸਲਾਂ ਫਰੋਲ ਕੇ ਉਹਨਾਂ ਨੂੰ ਮਾੜਾ ਮੋਟਾ ਪੜ੍ਹ ਕੇ ਸਮਝਣ ਦਾ ਯਤਨ ਕਰਨ ਲੱਗ ਪੈਂਦਾ ਸਾਂ। ਲਿਫਾਫੇ ਦੇ ਮੁੱਢਲੇ ਪੰਨੇ ਉੱਤੇ ਲਿਖੀਆਂ ਹੋਈਆਂ ਤਾਰੀਖਾਂ ਨੂੰ ਧਿਆਨ ਨਾਲ ਪੜ੍ਹਦਾ ਕਿ ਇਸ ਕੇਸ ਨੂੰ ਚੱਲਦਿਆਂ ਕਿੰਨੀ ਕੁ ਦੇਰ ਹੋ ਗਈ ਹੈ। ਜਿੰਨੀਆਂ ਵੀ ਮਿਸਲਾਂ ਮੈਂ ਵਾਚੀਆਂ ਸਨ ਉਹ ਕਈ ਸਾਲ ਪੁਰਾਣੀਆਂ ਸਨ। ਕਈਆਂ ਦੀ ਤਾਂ ਵਾਰੀ ਉਸ ਦਿਨ 6-7 ਮਹੀਨਿਆਂ ਬਾਅਦ ਆਈ ਸੀ। ਲੰਮੀਆਂ ਤਰੀਕਾਂ ਅਤੇ ਸਾਲਾਂ ਦੀ ਗਿਣਤੀ ਮਿਣਤੀ ਨੇ ਮੈਨੂੰ ਨਿਰਾਸ਼ ਕਰ ਦਿੱਤਾ। ਮੇਰੇ ਵਾਲਾ ਲਿਫਾਫਾ ਕੁਝ ਦਿਨ ਪਹਿਲਾਂ ਹੀ ਇਹਨਾਂ ਵਿੱਚ ਨਵਾਂ ਸ਼ਾਮਲ ਹੋਇਆ ਹੋਣ ਕਾਰਨ ਅਜੇ ਸਾਹੇ ਬੱਧੇ ਨੀਂਗਰ ਵਾਂਗ ਚਮਕਾਂ ਮਾਰ ਰਿਹਾ ਸੀ। ਮੇਰੇ ਮਨ ਵਿੱਚ ਆਉਣ ਲੱਗਾ ਕਿ ਇਹ ਨਵਾਂ ਲਿਫਾਫਾ ਕਈ ਸਾਲ ਲੱਗ ਕੇ ਪੁਰਾਣਾ ਜਿਹਾ ਲੱਗਣ ਲੱਗੇਗਾ ਤੇ ਫੇਰ ਕਿਤੇ ਜਾ ਕੇ ਮੇਰਾ ਛੁਟਕਾਰਾ ਹੋਵੇਗਾ। ਇਹ ਵੀ ਪਤਾ ਨਹੀਂ ਕਿ ਇਹ ਫੈਸਲਾ ਮੇਰੇ ਹੱਕ ਵਿੱਚ ਆਵੇਗਾ
ਕੇ ਖਿਲਾਫ। ਸਿਰਫ ਇੱਕ ਦਿਨ ਵਿੱਚ ਹੀ ਮੈਨੂੰ ਇੰਨੇ ਜ਼ਿਆਦਾ ਕੇਸ ਵਿਖਾਈ ਦਿੱਤੇ ਕਿ ਮੇਰਾ ਮਨ ਕਚਹਿਰੀ ਦੀ ਕਾਰਜ ਪ੍ਰਣਾਲੀ ਤੋਂ ਦੁਖੀ ਹੋ ਗਿਆ। ਕਦੇ ਮੈਂ ਆਪਣੀ ਫਾਈਲ ਨੂੰ ਫਰੋਲ ਕੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਅਤੇ ਕਦੇ ਆਪਣੇ ਦਿੱਤੇ ਜਵਾਬ ਨੂੰ ਪੜ੍ਹਨ ਲੱਗ ਪੈਂਦਾ ਸਾਂ। ਕਦੇ ਮੈਨੂੰ ਆਪਣਾ ਦਿੱਤਾ ਹੋਇਆ ਜਵਾਬ ਬੜਾ ਮਜ਼ਬੂਤ ਅਤੇ ਸੱਚਾ ਲੱਗਣ ਲੱਗ ਪੈਂਦਾ ਸੀ ਅਤੇ ਕਈ ਵਾਰ ਲੱਗਦਾ ਕਿ ਅਗਲੇ ਵਕੀਲ ਨੇ ਪਤਾ ਨਹੀਂ ਕੀ ਸੱਪ ਕੱਢ ਮਾਰਨਾ ਨੇ। ਉਸ ਦੀ ਕੁੰਡੀ ਕਿੰਨੀ ਕੁ ਮਜ਼ਬੂਤ ਹੋਵੇਗੀ। ਫਿਰ ਸੋਚਦਾ ਕਿ ਕੋਈ ਨਹੀਂ, ਆਪਣੇ ਵਾਲਾ ਵਕੀਲ ਕਿਹੜਾ ਘੱਟ ਹੈ, ਇਹ ਵੀ ਜਵਾਬ ਤਾਂ ਠੋਕਮਾ ਹੀ ਦੇਵੇਗਾ, ਇਹ ਵੀ ਕੋਈ ਨਾ ਕੋਈ ਸੱਪ ਤਾਂ ਕੱਢੇਗਾ ਹੀ, ਇੰਝ ਥੋੜ੍ਹਾ ਚੁੱਪ ਕਰਕੇ ਬੈਠਾ ਰਹੇਗਾ। ਫਿਰ ਇਹ ਸੋਚ ਕੇ ਆਪਣੇ ਆਪ ਹੀ ਹੱਸ ਪਿਆ ਸਾਂ ਕਿ ਇੰਝ ਸੱਪ ਕੱਢਦੇ ਕੱਢਦੇ ਹੀ ਵਕੀਲ ਬੰਦੇ ਦੀ ਤਾਂ ਬੱਸ ਕਰਵਾ ਦਿੰਦੇ ਹੋਣਗੇ। ਕਿਸ਼ਤ 99ਵੀਂ। ਪੌਣੇ 1 ਵਜੇ ਵਕੀਲ ਚੈਂਬਰ ਵਿੱਚ ਆ ਗਿਆ ਤੇ ਕੁਰਸੀ ਉੱਤੇ ਨਿਢਾਲ ਜਿਹਾ ਹੋ ਕੇ ਬੈਠ ਗਿਆ ਤੇ ਮੈਨੂੰ ਆਖਣ ਲੱਗਾ, ਵੇਖ ਲਓ ਮਾਸਟਰ ਜੀ ਸਾਡਾ ਵਕੀਲਾਂ ਦਾ ਹਾਲ। ਤੁਹਾਨੂੰ ਮੌਜ ਆ, ਜਾ ਕੇ ਕੁਰਸੀ ਉੱਤੇ ਬੈਠ ਜਾਂਦੇ ਹੋ ਤੇ ਆ ਜਾਂਦੇ ਹੋ। ਪੜ੍ਹਾਉਣਾ ਜਾਂ ਨਾ ਪੜ੍ਹਾਉਣਾ ਤੁਹਾਡੀ ਮਰਜ਼ੀ। ਵਕੀਲ ਦੀ ਹਾਲਤ ਵੇਖ ਕੇ ਇੱਕ ਵਾਰ ਤਾਂ ਮੈਨੂੰ ਲੱਗਾ ਕਿ ਵਾਕਿਆ ਹੀ ਵਕੀਲ ਦੀ ਗੱਲ ਠੀਕ ਹੈ ਕਿ ਸਾਨੂੰ ਇੰਨੀ ਭੱਜ ਨੱਠ ਨਹੀਂ ਕਰਨੀ ਪੈਂਦੀ। ਪਰ ਫਿਰ ਅਗਲੇ ਹੀ ਪਲ ਮੈਨੂੰ ਅਧਿਆਪਕਾਂ ਦੀ ਹੁੰਦੀ ਦੁਰਗਤੀ ਯਾਦ ਆ ਗਈ ਸੀ ਤੇ ਮੈਂ ਤੁਰੰਤ ਬੋਲ ਪਿਆ ਸਾਂ, ਗੱਲ ਤਾਂ ਤੁਹਾਡੀ ਠੀਕ ਹੈ ਸ਼ਰਮਾ ਜੀ, ਪਰ ਸਾਨੂੰ ਹੋਰ ਤਰ੍ਹਾਂ ਦੇ ਫਿਕਰ ਨੇ ਤੇ ਤੁਹਾਨੂੰ ਹੋਰ ਤਰ੍ਹਾਂ ਦੇ। ਤੁਸੀਂ ਤਾਂ ਕੇਸ ਲੜਨਾ ਹੁੰਦਾ, ਤੁਹਾਡੇ ਦਿਮਾਗ ਵਿੱਚ ਹੁੰਦੀ ਆ ਕਿ ਲਾਗੀਆਂ ਨੇ ਤਾਂ ਲਾਗ ਲੈਣਾ ਭਾਵੇਂ ਜਾਂਦੀ ਰੰਡੀ ਹੋ ਜੇ। ਪਰ ਸਾਡੇ ਮਹਿਕਮੇ 'ਚ ਹਰ ਬੰਦੇ ਨੂੰ ਪੂਰੀ ਸੇਵਾ ਭਾਵਨਾ ਨਾਲ ਕੰਮ ਕਰਨਾ ਪੈਂਦਾ। ਜਿਹੜੀ ਖੱਜਲ ਖੁਆਰੀ ਤੇ ਬੇਲੋੜੀ ਰੋਜ਼ਮर्रा ਦੀ ਡਾਕ ਤੇ ਜਿਹੜੇ ਹੋਰ ਫਜ਼ੂਲ ਜੇ ਕਾਗਜ਼ੀ ਕੰਮ ਸਾਡੇ ਤੋਂ ਲਏ ਜਾਂਦੇ ਆ, ਉਹਨਾਂ ਤੋਂ ਜੀਅ ਉਕਤਾ ਜਾਂਦਾ। ਨਹੀਂ ਤਾਂ ਸਾਡੇ ਮਹਿਕਮੇ ਵਰਗਾ ਕੋਈ ਮਹਿਕਮਾ ਹੀ ਨਹੀਂ। ਮੇਰੇ ਬੋਲਦਿਆਂ ਉਹ ਮਿੰਨਾ ਮਿੰਨਾ ਜਿਹਾ ਮੁਸਕਰਾਉਂਦਾ ਰਿਹਾ ਸੀ। ਫਿਰ ਮੈਨੂੰ ਟਾਂਚ ਲਾ ਕੇ ਬੋਲਿਆ, ਪਰ ਯਾਰ ਤੁਸੀਂ ਪੜ੍ਹਾਉਂਦੇ ਕਿਉਂ ਨਹੀਂ ਜਵਾਕਾਂ ਨੂੰ? ਜੇ ਲੋਕ ਪੜ੍ਹ ਜਾਣ ਤਾਂ ਅਦਾਲਤਾਂ ਦਾ ਕੰਮ ਅੱਧਾ ਰਹਿ ਜਾਵੇ ਤੇ ਲੋਕ ਵੀ ਸੌਖੇ ਹੋ ਜਾਣ ਭੋਰਾ। ਮੈਂ ਬੜੇ ਹੀ ਗੁੱਸੇ ਵਿੱਚ ਬੋਲਿਆ ਸਾਂ, ਅਸੀਂ ਜ਼ਿਆਦਾ ਪੜ੍ਹਾਈ ਜਾਂਦੇ ਹਾਂ ਤਾਂ ਹੀ ਤਾਂ ਮੁਕੱਦਮੇ ਵਧੀ ਜਾਂਦੇ ਨੇ। ਆਹ ਮੇਰੇ ਵਾਲਾ ਮੁਕੱਦਮਾ ਵੀ ਪੜ੍ਹੇ ਲਿਖੇ ਬੰਦਿਆਂ ਦੇ ਮਨ ਦੀ ਕਾਰਸ਼ਤਾਨੀ ਹੀ ਹੈ। ਅਜੇ ਤਾਂ ਇਸ ਰੌਲੇ ਵਿੱਚ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਮੇਰੇ ਪੱਖ ਦੀ ਹਾਮੀ ਭਰ ਰਿਹਾ। ਇਹ ਤਾਂ ਪੜ੍ਹੀ ਲਿਖੀ ਪੁਲਿਸ ਨੂੰ ਪਤਾ ਨਹੀਂ ਕੀ ਗੋਲੀ ਪੈ ਗਈ ਜਿਸ ਨੂੰ ਸੱਚਾਈ ਮੂਲੋਂ ਹੀ ਦਿਸਣੋਂ ਹਟ ਗਈ। ਵਕੀਲ ਮੇਰੀ ਗੱਲ ਸੁਣ ਕੇ ਬੋਲਿਆ ਸੀ, ਜੇ ਤੁਸੀਂ ਬੱਚਿਆਂ ਨੂੰ ਸ਼ੁਰੂ 'ਚ ਹੀ ਸੰਭਾਲ ਲਵੋ ਤਾਂ ਬੱਚਾ ਜ਼ਿੰਦਗੀ ਭਰ ਲਈ ਚੰਗੇ ਕੰਮ ਹੀ ਕਰੇਗਾ। ਗਲਤੀ ਕਿਤੇ ਨਾ ਕਿਤੇ ਤੁਹਾਡੀ ਵੀ ਹੈ। ਉਸ ਦੀ ਗੱਲ ਸੁਣ ਕੇ ਮੈਂ ਆਖਿਆ, ਆਹ SP ਹੈ ਨਾ ਆਪਣਾ, ਵੇਖਣ ਤੋਂ ਹੀ ਕਿੰਨੇ ਵੱਡੇ ਘਰ ਦਾ ਲੱਗਦਾ। ਮੈਨੂੰ ਨਹੀਂ ਲੱਗਦਾ ਕਿ ਇਹਦੇ ਘਰਦਿਆਂ ਨੇ ਇਹਦੇ ਪਾਲਣ ਪੋਸ਼ਣ ਜਾਂ ਪੜ੍ਹਾਈ ਵਿੱਚ ਕੋਈ ਕਮੀ ਛੱਡੀ ਹੋਵੇਗੀ ਕਿ ਦੁਨੀਆ ਦਾ ਮਹਾਨ ਬੰਦਾ ਨਾ ਬਣੇ। ਇਹਨੂੰ ਹਰ ਚੰਗੇ ਬੰਦੇ ਦਾ ਜੀਵਨ ਰਟਿਆ ਪਿਆ ਹੋਵੇਗਾ, ਪਰ ਇਹ ਕੰਜਰ ਮਹਿਕਮੇ ਹੀ ਅਜਿਹੇ 'ਚ ਆ ਗਿਆ ਜਿੱਥੇ ਲੋਕਾਂ ਨੂੰ ਦੁੱਖ ਦੇ ਕੇ ਹੀ ਖੁਸ਼ੀ ਮਿਲਦੀ ਹੈ। ਮੈਂ ਉਸ ਨੂੰ ਨਿਰੋਲ ਤੇ ਪੱਕੀ ਉਦਾਹਰਨ ਦਿੰਦੇ ਹੋਏ ਆਖਿਆ ਸੀ। ਮੇਰੀ ਗੱਲ ਸੁਣ ਕੇ ਉਹ ਬੋਲਿਆ, ਹਾਂ ਯਾਰ ਇਹ ਤਾਂ ਗੱਲ ਤੇਰੀ ਸਹੀ ਹੈ। ਜਿੰਨੀ ਜ਼ਿਆਦਾ ਸਿੱਖਿਆ ਦਾ ਪਸਾਰ ਹੋ ਰਿਹਾ ਉਨੇ ਹੀ ਕੇਸ ਵਧੀ ਜਾ ਰਹੇ ਨੇ। ਨਹੀਂ ਤਾਂ ਤੇਰੇ ਵਾਲਾ ਮਸਲਾ 2 ਮਿੰਟ ਵਿੱਚ ਹੱਲ ਹੋਣ ਵਾਲਾ ਸੀ। ਪਰ ਜੇ ਮੁਕੱਦਮੇ ਅਦਾਲਤਾਂ ਵਿੱਚ ਨਾ ਆਉਣ ਤਾਂ ਸਾਡੀ ਰੋਟੀ ਦਾ ਜੁਗਾੜ ਕਿਵੇਂ ਹੋਊ? ਉਹ ਹੱਸ ਵੀ ਪਿਆ ਸੀ। ਮੇਰੀ ਗੱਲ ਸਹੀ ਹੈ ਕਿ ਨਹੀਂ ਜੀ? ਮੈਂ ਪੁੱਛਿਆ ਸੀ। ਯਾਰ ਸਿੱਖਿਆ ਤਾਂ ਆ ਗਈ ਪਰ ਆਪਣੇ ਲੋਕਾਂ ਵਿੱਚ ਨੈਤਿਕਤਾ ਨਹੀਂ ਆਈ ਤੇ ਨਾ ਹੀ ਸਮਝ ਆਈ ਹੈ ਤੇ ਨਾ ਹੀ ਅਜੇ ਕੋਈ ਉਮੀਦ ਲੱਗਦੀ ਹੈ। ਉਹ ਮੇਰੀ ਗੱਲ ਨਾਲ ਸਹਿਮਤ ਹੋ ਗਿਆ ਲੱਗਦਾ ਸੀ। ਕਿਸ਼ਤ 90ਵੀਂ। ਵਕੀਲ ਨੇ ਆਪਣਾ ਦਰਾਜ਼ ਫਰੋਲਦਿਆਂ ਹੋਇਆਂ ਮੈਨੂੰ ਪੁੱਛਿਆ, ਰੋਟੀ ਖਾਵੇਂਗਾ? ਨਹੀਂ, ਮੈਨੂੰ ਅਜੇ ਭੁੱਖ ਨਹੀਂ।
ਮੈਂ ਪੇਸ਼ੀ ਤੋਂ ਬਾਅਦ ਹੀ ਕੁਝ ਖਾਵਾਂਗਾ। ਮੈਂ ਉਸ ਨੂੰ ਠਰੰਬੇ ਨਾਲ ਉੱਤਰ ਦਿੱਤਾ। ਜਦ ਉਸ ਨੇ ਆਪਣੇ ਦਰਾਜ਼ ਵਿੱਚੋਂ ਪੌਣੇ 'ਚ ਵੱਜੀਆਂ 2 ਰੋਟੀਆਂ ਅਤੇ ਅਚਾਰ ਕੱਢਿਆ ਤਾਂ ਮੇਰੀਆਂ ਅੱਖਾਂ ਟੱਡੀਆਂ ਰਹਿ ਗਈਆਂ। ਇੱਕ ਵਕੀਲ ਹੋ ਕੇ ਅਚਾਰ ਨਾਲ ਰੋਟੀ? ਮੇਰੇ ਲਈ ਇਹ ਨਜ਼ਾਰਾ ਵੇਖਣਾ ਜਾਣੋ 8ਵਾਂ ਅਜੂਬਾ ਵੇਖਣ ਵਾਲੀ ਗੱਲ ਸੀ। ਉਸ ਨੇ ਮੇਜ਼ ਦੇ ਉੱਤੇ ਪੌਣਾ ਧਰ ਕੇ ਦੋਵੇਂ ਰੋਟੀਆਂ ਆਪਣੇ ਖੱਬੇ ਹੱਥ 'ਤੇ ਟਿਕਾ ਲਈਆਂ ਤੇ ਸੱਜੇ ਹੱਥ ਨਾਲ ਬੁਰਕੀ ਤੋੜ ਕੇ ਅਚਾਰ ਉੱਤੇ ਘਸਾ ਕੇ ਮੂੰਹ ਵਿੱਚ ਪਾਉਣੀ ਸ਼ੁਰੂ ਕਰ ਦਿੱਤੀ। ਉਹ ਬੁਰਕੀ ਨੂੰ ਹੌਲੀ ਹੌਲੀ ਚਬਾ ਰਿਹਾ ਸੀ, ਪਰ ਮੇਰਾ ਮਨ ਹਨੇਰੇ ਵਿੱਚ ਭਟਕਣ ਲੱਗ ਪਿਆ ਸੀ। ਵਕੀਲਾਂ ਦੀ ਇੰਨੀ ਮਾੜੀ ਹਾਲਤ? ਵੱਡੀਆਂ ਵੱਡੀਆਂ ਗੱਡੀਆਂ, ਮਹਿੰਗੇ ਸ਼ੌਕ, ਮਹਿੰਗੇ ਮੋਬਾਈਲ ਆਦਿਕ ਬਾਰੇ ਤੇ ਸਾਹਮਣੇ ਬੈਠੇ ਵਕੀਲ ਦੀ ਅਸਲੀਅਤ ਬਾਰੇ ਸੋਚ ਕੇ ਮੈਨੂੰ ਆਪਣਾ ਮਹਿਕਮਾ ਚੰਗਾ ਲੱਗਣ ਲੱਗ ਪਿਆ ਸੀ। ਮੈਂ ਸੋਚੀ ਪੈ ਗਿਆ ਕਿ ਮਾਸਟਰ ਲੱਗ ਕੇ ਕਿਸੇ ਬੰਦੇ ਦੀ ਪਿੱਠ ਬਿਰਲੇ ਟਾਟੇ ਨਾਲ ਤਾਂ ਬੇਸ਼ੱਕ ਨਹੀਂ ਲੱਗ ਜਾਂਦੀ, ਪਰ ਉਹ ਰੋਟੀ ਤਾਂ ਚੱਜ ਨਾਲ ਖਾਣ ਹੀ ਲੱਗ ਪੈਂਦਾ ਹੈ। ਇੱਥੇ ਸ਼ਹਿਰ ਦਾ ਇੱਕ ਨਾਮੀ ਵਕੀਲ ਅੰਬ ਦੇ ਅਚਾਰ ਉੱਤੇ ਰੋਟੀ ਘਸਾ ਘਸਾ ਕੇ ਖਾ ਰਿਹਾ ਹੈ। ਮੈਂ ਬਾਹਰ ਵੱਲ ਨੂੰ ਝਾਕਣ ਦਾ ਨਾਟਕ ਕਰ ਰਿਹਾ ਸਾਂ, ਪਰ ਮੇਰਾ ਸਾਰਾ ਧਿਆਨ ਉਸ ਵੱਲ ਹੀ ਸੀ। ਪਾਣੀ ਦੀ ਬੋਤਲ ਵਿੱਚੋਂ ਸਿਰਫ ਇੱਕ ਘੁੱਟ ਭਰ ਕੇ ਅੰਦਰ ਲਗਾ ਕੇ ਉਸ ਨੇ ਮੈਨੂੰ ਬੜੇ ਹੀ ਸਕੂਨ ਨਾਲ ਆਖਿਆ, ਹਾਂ ਯਾਰ, ਹੁਣ ਕਰ ਗੱਲ। ਟਿਕਾ ਕੇ ਪੇਟ ਭਰ ਲਿਆ। ਜਿਵੇਂ ਕਹਿੰਦੇ ਹੁੰਦੇ ਆ ਨਾ, ਪੇਟ ਪਈਆਂ ਰੋਟੀਆਂ ਤੇ ਸਭੇ ਗੱਲਾਂ ਮੋਟੀਆਂ। ਇਹ ਕਹਿੰਦਿਆਂ ਉਸ ਨੇ ਆਪਣੇ ਢਿੱਡ ਉੱਤੇ ਪੋਲਾ ਜਿਹਾ ਹੱਥ ਫੇਰਿਆ ਸੀ। ਉਸ ਦੇ ਬੋਲਾਂ ਅਤੇ ਸਰੀਰਕ ਭਾਸ਼ਾ ਤੋਂ ਮੈਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਉਹ ਹੁਣ ਬਿਲਕੁਲ ਟੈਕਰੇ ਵਿੱਚ ਹੋ ਚੁੱਕਾ ਹੈ ਅਤੇ ਮੇਰੇ ਨਾਲ ਗੱਲਬਾਤ ਕਰਨ ਦੇ ਰੌਂਅ ਵਿੱਚ ਆ ਗਿਆ ਹੈ। ਅੰਦਰੋਂ ਤਾਂ ਮੈਂ ਕਾਮਰੇਡਾਂ ਦੇ ਵਕੀਲ ਤੋਂ ਡਰ ਚੁੱਕਾ ਸਾਂ ਤੇ ਹੋਰ ਕਿਸੇ ਬਹਿਸ ਵਿੱਚ ਨਹੀਂ ਪੈਣਾ ਚਾਹੁੰਦਾ ਸਾਂ।